चौथे पातशाह धन धन श्री गुरु रामदास जी महाराज सतगुरां दे महान जीवन दे विचों सतगुरां दा इतिहास सरवण करके सतगुरां दे महान जीवन दे विचों सिखियावां नूं ग्रहण करिए। आओ जितनी भी संगत सतगुरां दे चरनां विच जुड़ करके बैठी है, सोढ़ी सुल्तान चौथे पातशाह धन धन श्री गुरु रामदास महाराज सतगुरां दे पावन प्रकाश पुरब नूं समर्पित गुरमत विचारां दी सांझ आपां करनी। आओ करो किरपा सारियां संगतां गुरु चरनां विच सीस झुकाउंदियां गज के फतेह बुलाओ जी। वाहिगुरु जी का खालसा वाहिगुरु जी की फतेह। साध संगत, अकाल पुरख परमेश्वर ने बहुत वड्डी किरपा साडे ते कीती है, जो ये मनुखा दे सानू बख्शिश कीती है। ते उस तो भी वड्डी किरपा यह हुई है कि सानू गुरु के चरनां विच जुड़न दा सुभाग मिलिया है। गुरु के चरनां विच जुड़ के गुरु की उस्तत करन दा सुभाग मिलिया है। ते साध संगत भाई साहब भाई गुरदास जी उन्हां गुरसिखां तो बलिहारे जांदे ने ਜਿਹੜੇ सतगुरु ਦੀ ਵਡਿਆਈ ਦੇ ਵਿੱਚ ਜੁੜ ਜਾਂਦੇ ਨੇ, सतगुरु ਦੀ ਮਹਿਮਾ ਦੇ ਵਿੱਚ ਜੁੜ ਜਾਂਦੇ ਨੇ। ਕੁਰਬਾਨੀ ਤਿਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਪੁਰਬ ਦਾ ਮਤਲਬ ਹੈ ਗੁਰੂ ਦਾ ਜਸ ਕਰਨਾ, ਗੁਰੂ ਦੀ ਵਡਿਆਈ ਕਰਨੀ। ਤੇ ਸਾਧ ਸੰਗਤ ਜਿਉਂ-ਜਿਉਂ ਕੋਈ ਮਨੁੱਖ ਗੁਰੂ ਕੀ ਵਡਿਆਈ ਦੇ ਵਿੱਚ ਜੁੜਦਾ ਏ, ਤਿਉਂ-ਤਿਉਂ ਉਹਦੇ ਉੱਪਰ ਗੁਰੂ ਦੀ ਕਿਰਪਾ ਵਰਤਦੀ ਹੈ। ਤੇ ਸਾਧ ਸੰਗਤ ਜੀ ਦੇ ਉੱਪਰ ਗੁਰੂ ਦੀ ਕਿਰਪਾ ਵਰਤਦੀ ਹੈ, ਉਹਦੇ ਜੀਵਨ ਦੇ ਵਿੱਚ ਕਿਵੇਂ ਫਿਰ ਰੰਗ ਭਰਦੇ ਨੇ, ਉਹਦਾ ਜੀਵਨ ਕਿੰਨਾ ਉੱਚਾ ਤੇ ਸੁੱਚਾ ਬਣ ਜਾਂਦਾ ਏ, ਉਹ ਮਨੁੱਖ ਕਿਵੇਂ ਆਪਣੇ ਜੀਵਨ ਮਕਸਦ ਵਿੱਚ ਕਾਮਯਾਬ ਹੁੰਦਾ ਏ। ਇਹ ਸਾਰਾ ਇਤਿਹਾਸ ਸਾਡੇ ਸਾਹਮਣੇ ਹੈ। ਜਦੋਂ ਅਸੀਂ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪੜਾਂਗੇ ਤੇ ਪਤਾ ਲੱਗੇਗਾ ਕਿ ਗੁਰੂ ਕਿਵੇਂ ਕਿਰਪਾ ਕਰਕੇ, ਕਿਵੇਂ ਰਹਿਮਤ ਕਰਕੇ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ਼੍ਰੀਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ ਵਾਲੀ ਕਿਰਪਾ ਗੁਰੂ ਕਿਵੇਂ ਵਰਤਾਉਂਦਾ ਹੈ। ਤੇ ਜਦੋਂ ਮਹਾਰਾਜ ਜੀ ਦਾ ਜੀਵਨ ਇਤਿਹਾਸ ਆਪਾਂ ਵਾਚਨ ਦਾ ਯਤਨ ਕਰਦੇ ਆ, ਸਤਿਗੁਰਾਂ ਦਾ ਪ੍ਰਕਾਸ਼ ਲਾਹੌਰ ਦੀ ਧਰਤੀ ਤੇ ਹੁੰਦਾ ਹੈ। ਲਾਹੌਰ ਦੇ ਵਿੱਚ ਇੱਕ ਮੰਡੀ ਹੈ ਜਿਸ ਨੂੰ ਚੂਨਾ ਮੰਡੀ ਕਹਿੰਦੇ ਨੇ। ਉਹਦੇ ਵਿੱਚ ਇੱਕ ਬਾਜ਼ਾਰ ਹੈ, ਡੱਬੀ ਬਾਜ਼ਾਰ। ਉਸ ਬਾਜ਼ਾਰ ਦੇ ਵਿੱਚ ਇੱਕ ਛੋਟੀ ਜੀ ਦੁਕਾਨ ਕਰਦੇ ਨੇ ਭਾਈ ਸਾਹਿਬ ਭਾਈ ਹਰਦਾਸ ਜੀ। ਤੇ ਸਾਧ ਸੰਗਤ, ਹਰਦਾਸ ਕੇਵਲ ਨਾਮ ਦਾ ਹੀ ਹਰੀਦਾਸ ਨਹੀਂ ਹੈ, ਸੱਚਮੁੱਚ ਹਰੀ ਦਾ ਦਾਸ ਸੀ। ਸੱਚਮੁੱਚ ਆਪਣੀ ਕਿਰਤਕਾਰ ਕਰਦਿਆਂ ਹੋਇਆਂ ਉਹਨਾਂ ਨੇ ਸਦੀਵ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੁੜੇ ਰਹਿਣਾ। ਤੇ ਭਾਈ ਹਰਦਾਸ ਜੀ ਦੀ ਘਰਵਾਲੀ ਸਤਿਕਾਰਯੋਗ ਮਾਤਾ ਦਇਆ ਕੌਰ, ਉਹਨਾਂ ਦਾ ਵੀ ਸੁਭਾਅ ਬੜਾ ਹੀ ਭਾਵਨਾ ਵਾਲਾ, ਬੰਦਗੀ ਵਾਲਾ, ਪ੍ਰੇਮ ਵਾਲਾ। ਇਤਿਹਾਸਕਾਰ ਕਹਿੰਦੇ ਨੇ ਹਰਦਾਸ ਜੀ ਦਾ ਵਿਆਹ ਹੋਇਆ ਤੇ ਕਾਫੀ ਸਮਾਂ ਬਤੀਤ ਹੋ ਗਿਆ, ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੋਈ। ਇਸ ਕਰਕੇ ਮਨ ਦੇ ਵਿੱਚ ਇਹ ਭਾਵਨਾ ਉਹਨਾਂ ਦੇ
ਕਿ ਅਕਾਲ ਪੁਰਖ ਕਿਰਪਾ ਕਰੇ ਸਾਡੇ ਘਰ ਸੰਤਾਨ ਹੋਵੇ, ਸਾਡੇ ਘਰ ਵੀ ਔਲਾਦ ਹੋਵੇ। ਇਹ ਭਾਵਨਾ ਉਹਨਾਂ ਦੇ ਮਨ ਦੇ ਅੰਦਰ ਤੇ ਸਾਧ ਸੰਗਤ ਸਮਾਂ ਪਾ ਕੇ ਅਕਾਲ ਪੁਰਖ ਦੀ ਕਿਰਪਾ ਹੋਈ। ਸਨ 1534 ਦੇ ਅੰਦਰ ਅਕਾਲ ਪੁਰਖ ਨੇ ਰਹਿਮਤ ਕਰਕੇ ਭਾਈ ਹਰਦਾਸ ਜੀ ਦੇ ਗ੍ਰਹਿ ਵਿਖੇ ਸੰਤਾਨ ਦੀ ਬਖਸ਼ਿਸ਼ ਕੀਤੀ, ਜੋ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਤੇ ਜਿਸ ਵੇਲੇ ਗੁਰਾਂ ਦਾ ਆਗਮਨ ਹੋਇਆ ਨਾ, ਬੜੀ ਖੁਸ਼ੀ ਹੈ ਘਰ ਦੇ ਅੰਦਰ ਕਿ ਸਾਡੇ ਘਰ ਵੀ ਮਹਾਰਾਜ ਨੇ ਕਿਰਪਾ ਕੀਤੀ ਹੈ, ਭਾਗ ਲਾਏ ਨੇ, ਸਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਬਾਰੰਬਾਰ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ਭਾਈ ਹਰਦਾਸ ਜੀ, ਤੇ ਮਨ ਦੇ ਵਿੱਚ ਬੜੀ ਖੁਸ਼ੀ ਹੈ, ਚਾਅ ਵੀ ਹੈ ਕਿ ਮੈਂ ਬਹੁਤ ਪ੍ਰੇਮ ਦੇ ਨਾਲ ਬੱਚੇ ਦੀ ਪਾਲਣਾ ਪੋਸ਼ਣਾ ਕਰਾਂਗਾ। ਕਿਉਂਕਿ ਆਪਾਂ ਵੇਖਦੇ ਪੁੱਤਰ ਜਦੋਂ ਪੈਦਾ ਹੁੰਦੇ ਨੇ, ਨਾਲ ਦੀ ਨਾਲ ਸਾਡੀਆਂ ਸਧਰਾਂ ਵੀ ਜਾਗ ਪੈਂਦੀਆਂ ਨੇ, ਨਾਲ ਦੀ ਨਾਲ ਸਾਡੇ ਮਨ ਦੇ ਵਿੱਚ ਇਛਾਵਾਂ ਪੈਦਾ ਹੁੰਦੀਆਂ ਨੇ ਕਿ ਮੈਂ ਆਪਣੇ ਪੁੱਤਰ ਨੂੰ, ਆਪਣੀ ਧੀ ਨੂੰ ਪੜ੍ਹਾਵਾਂਗਾ, ਲਿਖਾਵਾਂਗਾ, ਇਸ ਮੁਕਾਮ ਤੇ ਪਹੁੰਚਾਵਾਂਗਾ। ਸਾਧ ਸੰਗਤ ਮਾਤਾ ਦੇ ਮਨ ਵਿੱਚ ਵੀ ਬੜਾ ਚਾਉ ਹੈ, ਪਰ ਅਕਾਲ ਪੁਰਖ ਪਰਮੇਸ਼ਰ ਦਾ ਕੀ ਭਾਣਾ ਵਾਪਰਿਆ। ਗੁਰੂ ਰਾਮਦਾਸ ਪਾਤਸ਼ਾਹ ਅਜੇ ਛੋਟੀ ਉਮਰ ਸੀ, 2-2.5 ਸਾਲ ਦੀ ਉਮਰ ਹੋਵੇਗੀ, ਜਿਸ ਵੇਲੇ ਮਾਤਾ ਜੀ ਚਲਾਣਾ ਕਰ ਜਾਂਦੇ ਨੇ। ਹੁਣ ਘਰ ਦੇ ਵਿੱਚ ਪਹਿਲੀ ਸੰਤਾਨ ਹੋਣ ਕਰਕੇ ਨਾ, ਪਲੇਠੀ ਦਾ ਪੁੱਤਰ ਹੋਣ ਕਰਕੇ ਸਾਰੇ ਜੇਠਾ ਕਹਿ ਕੇ ਬੁਲਾਉਂਦੇ ਸਨ। ਨਾਮ ਪਹਿਲਾਂ ਤੋਂ ਹੀ ਰਾਮਦਾਸ ਰੱਖਿਆ ਸੀ, ਨਾਮ ਰਾਮਦਾਸ ਰੱਖਿਆ ਹੋਇਆ ਹੈ। ਪਰ ਜਿਵੇਂ ਘਰਾਂ ਦੇ ਵਿੱਚ ਆਪਾਂ ਆਮ ਰਿਵਾਜ ਬੱਚੇ ਦਾ ਜਿਹੜਾ ਏ ਛੋਟਾ ਨਾਮ ਰੱਖ ਲਿਆ ਜਾਂਦਾ, ਪਿਆਰ ਦੇ ਨਾਲ ਸਾਰੇ ਉਸੇ ਨਾਂ ਨਾਲ ਹੀ ਉਹਨੂੰ ਬੁਲਾਉਣਾ ਸ਼ੁਰੂ ਕਰ ਦਿੰਦੇ ਨੇ। ਇਸੇ ਪ੍ਰਕਾਰ ਰਾਮਦਾਸ ਜੀ ਨੂੰ ਸਾਰੇ ਹੀ ਜੇਠਾ ਕਹਿ ਕੇ ਬੁਲਾਉਂਦੇ ਨੇ। ਕਹਿੰਦੇ ਜਿਸ ਦਿਨ ਛੋਟੀ ਉਮਰ ਦੇ ਅੰਦਰ ਮਾਤਾ ਚਲਾਣਾ ਕਰ ਗਈ, ਤੇ ਕਹਿੰਦੇ ਭਾਈ ਸਾਹਿਬ ਭਾਈ ਹਰਦਾਸ ਜੀ ਬਹੁਤ ਜ਼ਿੰਮੇਵਾਰੀ ਉਹਨਾਂ ਤੇ ਆਣ ਪਈ। ਕਿਉਂਕਿ ਜਦੋਂ ਛੋਟੀ ਅਵਸਥਾ ਵਿੱਚ ਬਾਲਕ ਹੋਵੇ ਤੇ ਮਾਤਾ ਚਲਾਣਾ ਕਰ ਜਾਏ, ਬਹੁਤ ਵੱਡਾ ਕਠਿਨ ਕੰਮ ਹੁੰਦਾ ਹੈ ਛੋਟੇ ਜਿਹੇ ਬੱਚੇ ਨੂੰ ਪਾਲਣਾ ਸਾਂਭਣਾ। ਪਰ ਭਾਈ ਸਾਹਿਬ ਭਾਈ ਹਰਦਾਸ ਜੀ ਨੇ ਹੌਸਲਾ ਨਹੀਂ ਹਾਰਿਆ, ਆਪਣੀ ਕਿਰਤਕਾਰ ਕਰਦਿਆਂ ਹੋਇਆਂ ਭਾਈ ਜੇਠੇ ਦੀ ਪ੍ਰਤਿਪਾਲਨਾ ਜਿਹੜੀ ਉਹਨਾਂ ਨੇ ਕਰਨੀ ਸ਼ੁਰੂ ਕੀਤੀ। ਪਰ ਅਕਾਲ ਪੁਰਖ ਦਾ ਅਗਲਾ ਭਾਣਾ ਫਿਰ ਵਾਪਰਿਆ। 7 ਸਾਲ ਦੀ ਉਮਰ ਹੋਈ ਹੈ ਭਾਈ ਜੇਠੇ ਦੀ, ਤੇ ਪਿਤਾ ਹਰਦਾਸ ਜੀ ਵੀ ਚਲਾਣਾ ਕਰ ਗਏ ਨੇ। ਜਦੋਂ ਪਿਤਾ ਹਰਦਾਸ ਜੀ ਚਲਾਣਾ ਕਰ ਗਏ, ਕਹਿੰਦੇ ਇਹ ਖਬਰ ਨਾਨਕੇ ਪਹੁੰਚੀ ਹੈ, ਪਿੰਡ ਬਾਸਰ ਕੇ, ਉਥੋਂ ਨਾਨੀ ਆਈ ਹੈ। ਉਹ ਆ ਕੇ ਸਾਰੀਆਂ ਅਖੀਰਲੀਆਂ ਰਸਮਾਂ ਨਿਭਾਉਂਦੀ ਹੈ। ਕਹਿੰਦੇ ਸਮਾਪਤੀ ਹੋ ਗਈ, ਭੋਗ ਪੈ ਗਿਆ। ਨਾਨੀ ਨੇ ਇੰਤਜ਼ਾਰ ਕੀਤਾ ਕਿ ਕੁਝ ਸ਼ਰੀਕੇ ਵਾਲੇ ਆਉਣਗੇ, ਆ ਕੇ ਜੇਠੇ ਦੇ ਸਿਰ ਤੇ ਹੱਥ ਧਰਨਗੇ, ਪੁੱਤਰ ਤੂੰ ਹੌਸਲਾ ਰੱਖ, ਤੇਰੀ ਪਾਲਣਾ ਪੋਸ਼ਣਾ ਅਸੀਂ ਕਰਾਂਗੇ। ਕੀ ਹੋਇਆ ਤੇਰੇ ਸਿਰ ਤੇ? ਜੇ ਮਾਤਾ ਪਿਤਾ ਨਹੀਂ ਰਹੇ ਤਾਂ ਅਸੀਂ ਤੇਰੇ ਨਾਲ ਖੜੇ ਆ ਪੁੱਤਰ। ਪਰ ਹੈਰਾਨੀ ਦੀ ਗੱਲ ਹੋਈ, ਲਾਹੌਰ ਦੀ ਇਸ ਧਰਤੀ ਤੇ ਸ਼ਰੀਕੇ ਵਾਲਿਆਂ ਨੇ ਇੰਨਾ ਯਤਨ ਵੀ ਨਾ ਕੀਤਾ ਕਿ ਭਾਈ ਜੇਠੇ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਹੌਸਲਾ ਹੀ ਦੇ ਸਕੀਏ। ਕਹਿੰਦੇ ਨਾਨੀ ਨੇ ਵੇਖਿਆ ਵੀ ਇਹਨੂੰ ਹੁਣ ਹੌਸਲਾ ਦੇਣ ਵਾਲਾ, ਸਾਂਭਣ ਵਾਲਾ ਕੋਈ ਨਹੀਂ ਰਿਹਾ। ਇਸ ਕਰਕੇ ਉਸ ਵਕਤ ਨਾਨੀ ਨੇ ਫੈਸਲਾ ਕੀਤਾ ਕਿ ਮੈਂ ਜੇਠੇ ਨੂੰ ਆਪਣੇ ਨਾਲ ਪਿੰਡ ਬਾਸਰ ਕੇ ਲੈ ਕੇ ਜਾਵਾਂਗੀ। ਤੇ ਅੱਜ ਵੀ ਆਪਾਂ ਸਾਧ ਸੰਗਤ ਵੇਖਦੇ ਆ, ਵਾਹਿਗੁਰੂ ਮਿਹਰ ਕਰੇ ਕਿਸੇ ਤੇ ਸਮਾਂ ਨਾ ਆਵੇ, ਜਦੋਂ ਕਿਤੇ ਮਾਤਾ ਪਿਤਾ ਚਲਾਣਾ ਕਰ ਜਾਣ, ਬੱਚੇ ਹੋਣ ਛੋਟੇ, ਤੇ ਉਹਨੂੰ ਅੱਜ ਵੀ ਆਪਾਂ ਵੇਖਦੇ ਆ ਸਭ ਤੋਂ ਮੁੱਢਲੀ ਜ਼ਿੰਮੇਵਾਰੀ ਨਾਨਕੇ ਸਮਝਦਿਆਂ ਹੋਇਆਂ ਨਾਨਕੇ ਨਾਲ ਲੈ ਕੇ ਜਾਂਦੇ ਨੇ ਵੀ ਇਹਨਾਂ ਨੂੰ ਹੋਰ ਕਿਸੇ ਨੇ ਸਾਂਭਣਾ ਨਹੀਂ।
ਇਹਨਾਂ ਦੀ ਪਾਲਣਾ ਪੋਸ਼ਣ ਅਸੀਂ ਕਰਾਂਗੇ। ਨਾਨਕੇ ਪਰਿਵਾਰ ਆਪਣੇ ਨਾਲ ਬੱਚੇ ਲੈ ਜਾਂਦੇ ਨੇ। ਅੱਜ ਵੀ ਆਪਾਂ ਵੇਖਦੇ ਸਾਡੇ ਸਮਾਜ ਦੇ ਵਿੱਚ ਇਹ ਵਰਤਾਰਾ ਤੁਹਾਨੂੰ ਨਜ਼ਰ ਆਏਗਾ। ਹੁਣ ਨਾਨੀ ਆਪਣੇ ਨਾਲ ਪਿੰਡ ਬਾਸਰ ਕੇ ਤਾਂ ਲੈ ਆਈ ਹੈ, ਪਰ ਸਾਧ ਸੰਗਤ ਧਿਆਨ ਦੇਣਾ, ਪਿੰਡ ਬਾਸਰ ਕੇ ਆ ਕਰਕੇ ਨਾਨੀ ਨੇ ਵੇਖਿਆ ਕਿ ਹੁਣ 2 ਵਕਤ ਦਾ ਪ੍ਰਸ਼ਾਦਾ ਵੀ ਛਕਣਾ ਹੈ। ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਘਰ ਦੇ ਵਿੱਚ ਇੰਨੀ ਇਨਕਮ ਨਹੀਂ ਹੈ, ਇੰਨੀ ਆਮਦਨ ਨਹੀਂ ਹੈ, ਇੰਨੇ ਪੈਸੇ ਦੇ ਸਾਧਨ ਨਹੀਂ ਨੇ ਕਿ ਬੈਠ ਕੇ 2 ਵਕਤ ਰੋਟੀ ਛਕ ਸਕੀਏ, ਪ੍ਰਸ਼ਾਦਾ ਛਕ ਸਕੀਏ। ਇਸ ਕਰਕੇ ਬਜ਼ੁਰਗ ਨਾਨੀ ਨੇ ਆਖਿਆ, ਪੁੱਤਰ ਜੇਠਿਆ, ਪੁੱਤ ਆਪਾਂ ਨੂੰ ਕੋਈ ਕੰਮਕਾਰ ਕਰਨਾ ਪੈਣਾ ਪੁੱਤਰ, ਤਾਂ ਆਪਣਾ 2 ਵਕਤ ਦਾ ਪ੍ਰਸ਼ਾਦਾ ਚੱਲੇਗਾ। ਤੇ ਜੇਠਾ ਛੋਟੀ ਉਮਰ ਦੇ ਵਿੱਚ ਨਾਨੀ ਵੱਲੋਂ ਇਹਨਾਂ ਕਈਆਂ ਹੋਈਆਂ ਗੱਲਾਂ ਨੂੰ ਬੜੇ ਧਿਆਨ ਸਹਿਤ ਸੁਣਦਾ ਹੈ ਤੇ ਮਨ ਦੇ ਵਿੱਚ ਖਿਆਲ ਵੀ ਆਉਂਦਾ ਵਾਰ-ਵਾਰ ਕਿ ਸਿਰ ਤੇ ਮਾਂ ਪਿਓ ਨਹੀਂ ਰਹੇ। ਇਸ ਕਰਕੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਤੇ ਜਿਸ ਵੇਲੇ ਭਾਈ ਜੇਠਾ ਲਾਹੌਰ ਤੋਂ ਆਪਣੀ ਨਾਨੀ ਦੀ ਉਂਗਲ ਫੜ ਕੇ ਤੁਰਦੇ ਨੇ ਨਾ, ਜਿਹੜਾ ਛੋਟਾ ਜਿਹਾ ਘਰ ਸੀ ਉਹਨੂੰ ਜਿੰਦਰਾ ਲੱਗ ਗਿਆ। ਤੇ ਸਾਧ ਸੰਗਤ ਸ਼ਰੀਕੇ ਵਾਲੇ ਜਿਹੜੇ ਨਾ ਅੰਦਰੋਂ ਅੰਦਰੀ ਖੁਸ਼ ਹੋ ਰਹੇ ਨੇ ਕਿ ਵੇਖਿਆ ਕੀ ਕੌਤਕ ਵਾਪਰਿਆ ਏ। ਜੇਠੇ ਦੀ ਦੁਕਾਨ ਨੂੰ, ਘਰ ਨੂੰ ਜਿੰਦਰਾ ਵੱਜ ਗਿਆ ਏ। ਇਹ ਘਰ, ਇਹ ਦੁਕਾਨ ਹੁਣ ਸਦਾ ਲਈ ਬੰਦ ਹੋ ਜਾਣੀ ਏ। ਪਤਾ ਨਹੀਂ ਇਹਦਾ ਕੀ ਬਣੇਗਾ, ਕਿਵੇਂ ਪਲੇਗਾ, ਕਿਵੇਂ ਸੰਭੇਗਾ। ਸਾਰੇ ਲੋਕ ਇਹ ਵੇਖ ਰਹੇ ਸਨ। ਕਿਸੇ ਨੇ ਅੱਗੇ ਵੱਧ ਕੇ ਹੌਸਲਾ ਤਾਂ ਨਹੀਂ ਦਿੱਤਾ, ਪਰ ਤਮਾਸ਼ਬੀਨ ਬਣ ਕੇ ਲੋਕ ਸਾਰਾ ਕੁਝ ਵੇਖ ਰਹੇ ਨੇ। ਹੁਣ ਭਾਈ ਜੇਠਾ ਆਪਣੀ ਨਾਨੀ ਦੇ ਨਾਲ ਆ ਗਿਆ ਤੇ ਸਾਧ ਸੰਗਤ ਬਾਸਰਕੇ ਦੇ ਵਿੱਚ ਆ ਕਰਕੇ ਤੁਸੀਂ ਇਤਿਹਾਸ ਬਹੁਤ ਵਾਰੀ ਸਰਵਨ ਕੀਤਾ ਏ। ਨਾਨੀ ਨੇ ਫਿਰ ਆਖਿਆ, ਪੁੱਤਰ ਕੋ ਆਪਾਂ ਕੰਮਕਾਰ ਕਰੀਏ। ਤੇ ਛੋਟੀ ਉਮਰ ਭਾਈ ਜੇਠੇ ਦੀ ਉਸ ਉਮਰ ਦੇ ਲਿਹਾਜ਼ ਦੇ ਨਾਲ ਨਾਨੀ ਨੇ ਛੋਲੇ ਉਬਾਲ ਕੇ, ਮਿਰਚ ਮਸਾਲਾ ਲੂਣ ਪਾ ਕੇ, ਘੁੰਗਣੀਆਂ ਤਿਆਰ ਕਰਕੇ ਇੱਕ ਛਾਬੇ ਦੇ ਵਿੱਚ ਪਾ ਕੇ ਤੇ ਸਿਰ ਤੇ ਧਰ ਦਿੱਤੀਆਂ। ਆਖਿਆ, ਪੁੱਤਰ ਇੱਥੇ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਪੁੱਤਰ ਇਹ ਘੁੰਗਣੀਆਂ ਵੇਚ ਕੇ ਆਇਆ ਕਰ, ਤੇ ਜੋ ਵੀ ਇਹਦੇ ਤੋਂ ਵਟਕ ਹੋਏਗੀ ਉਹਦੇ ਨਾਲ ਆਪਾਂ ਆਪਣੇ ਘਰ ਦਾ ਗੁਜ਼ਾਰਾ ਕਰਾਂਗੇ। ਤੇ ਸਾਧ ਸੰਗਤ ਭਾਈ ਜੇਠੇ ਨੇ 7 ਬਚਨ ਕਹਿ ਕੇ ਦਾ ਬਚਨ ਮੰਨਿਆ ਤੇ ਬਾਜ਼ਾਰਾਂ ਦੇ ਵਿੱਚ ਹੋਕਾ ਮਾਰ ਕੇ ਘੁੰਗਣੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਤੇ ਸਾਧ ਸੰਗਤ ਜਦੋਂ ਇਤਿਹਾਸ ਨੂੰ ਪੜ੍ਹੀਏ ਨਾ ਤੇ ਬੜਾ ਮਾਣ ਵੀ ਮਹਿਸੂਸ ਹੁੰਦਾ ਏ। ਤੇ ਉਸ ਸਮੇਂ ਦਾ ਜੇ ਨਕਸ਼ਾ ਦੇ ਸਾਹਮਣੇ ਲਿਆਈਏ, ਕਮਾਲ ਦੀਆਂ ਕਹਾਣੀਆਂ ਨੇ। ਭਾਈ ਜੇਠਾ ਜੀ ਸਿਰ ਤੇ ਛਾਬਾ ਰੱਖ ਕੇ ਤੇ ਘੁੰਗਣੀਆਂ ਵੇਚਦੇ ਨੇ। ਜਦੋਂ ਵੇਚ ਕੇ ਘਰ ਆਉਂਦੇ, ਨਾਨੀ ਨੇ ਪੁੱਛਣਾ, ਪੁੱਤਰ ਅੱਜ ਕਿੰਨੇ ਪੈਸੇ ਵਟ ਕੇ ਲੈ ਕੇ ਆਇਆ, ਕੀ ਵਟਕ ਹੋਈ ਹੈ? ਤੇ ਭਾਈ ਜੇਠੇ ਨੇ ਜਿੰਨੇ ਵੀ ਪੈਸੇ ਹੋਣੇ ਨਾਨੀ ਦੇ ਹੱਥ ਤੇ ਧਰ ਦੇਣੇ। ਕਹਿੰਦੇ ਅੱਜ ਭਾਈ ਜੇਠਾ ਬਾਜ਼ਾਰ ਦੇ ਵਿੱਚ ਘੁੰਗਣੀਆਂ ਵੇਚਣ ਗਿਆ, ਇੱਕ ਫਕੀਰ ਆ ਗਿਆ। ਉਹਨੇ ਜੇਠੇ ਨੂੰ ਲੰਘਦਿਆਂ ਵੇਖ ਕੇ ਆਵਾਜ਼ ਮਾਰ ਦਿੱਤੀ। ਆਖਿਆ, ਪੁੱਤਰ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਤੇ ਮੈਂ ਘੁੰਗਣੀਆਂ ਛਕਣੀਆਂ ਨੇ। ਆਖਿਆ, ਹਾਂਜੀ ਛਕ ਲਓ। ਤੇ ਫਕੀਰ ਕਹਿਣ ਲੱਗਾ, ਜੀ ਮੇਰੇ ਕੋਲ ਪੈਸੇ ਨਹੀਂ ਹੈਗੇ, ਮੇਰੇ ਕੋਲ ਤੁਹਾਨੂੰ ਦੇਣ ਵਾਸਤੇ ਕੁਝ ਵੀ ਨਹੀਂ ਹੈ। ਤੇ ਭਾਈ ਜੇਠੇ ਨੇ ਆਖਿਆ, ਕੋਈ ਗੱਲ ਨਹੀਂ ਫਕੀਰ ਜੀ, ਤੁਸੀਂ ਘੁੰਗਣੀਆਂ ਛਕੋ, ਆਪਣੀ ਭੁੱਖ ਮਿਟਾਓ, ਪੈਸੇ ਦੀ ਕੋਈ ਗੱਲ ਨਹੀਂ। ਕਹਿੰਦੇ ਏਡਾ ਵੱਡਾ ਦਰਿਆ ਦਿਲ। ਕਹਿੰਦੇ ਫਕੀਰ ਨੇ ਬੁੱਕ ਇਉਂ ਅੱਗੇ ਕੀਤੀ ਤੇ ਭਾਈ ਜੇਠੇ ਨੇ ਆਪਣੇ ਛਾਬੇ ਵਿੱਚੋਂ ਛੋਟੇ ਛੋਟੇ ਹੱਥਾਂ ਨਾਲ ਬੁੱਕ ਭਰ ਕੇ ਤੇ ਘੁੰਗਣੀਆਂ ਫਕੀਰ ਦੀ ਬੁੱਕ ਵਿੱਚ ਪਾਈਆਂ। ਕਹਿੰਦੇ ਫਕੀਰ ਨੇ ਘੁੰਗਣੀਆਂ ਛਕ ਲਈਆਂ ਤੇ ਇੱਕ ਬੁੱਕ ਹੋਰ ਅੱਗੇ ਕੀਤਾ। ਫਿਰ ਭਾਈ ਜੇਠੇ ਨੇ ਬੁੱਕ ਭਰੀ ਤੇ ਉਹਦੇ ਬੁੱਕ ਵਿੱਚ ਘੁੰਗਣੀਆਂ ਪਾ ਦਿੱਤੀਆਂ। ਕਹਿੰਦੇ ਜਦੋਂ ਦੂਜੀ ਬੁੱਕ ਵੀ ਘੁੰਗਣੀਆਂ ਦੀ ਛਕ ਲਈ, ਫਕੀਰ ਨੇ ਆਖਿਆ, ਪੁੱਤਰ ਮੇਰੀ ਭੁੱਖ ਅਜੇ ਵੀ ਨਹੀਂ ਮਿਟੀ। ਤੇਰਾ ਬੁੱਕ ਬੜਾ ਛੋਟਾ ਏ ਪਰ ਮੇਰੀ ਭੁੱਖ ਅਜੇ ਮਿਟੀ ਨਹੀਂ ਹੈ। ਤੇ ਭਾਈ ਜੇਠੇ ਨੇ ਉਹ ਘੁੰਗਣੀਆਂ ਵਾਲਾ ਛਾਬਾ ਫਕੀਰ ਦੇ ਅੱਗੇ ਧਰ ਦਿੱਤਾ। ਆਖਿਆ, ਫਕੀਰ ਜੀ ਜਿੰਨੀਆਂ ਜੀ ਕਰਦਾ ਛਕ ਲਓ,
ਤੁਹਾਡੀ ਭੁੱਖ ਜਿਹੜੀ ਹੈ ਮਿਟਣੀ ਚਾਹੀਦੀ ਹੈ। ਕਹਿੰਦੇ ਫਕੀਰ ਨੇ ਸਾਰੀਆਂ ਘੁੰਗਣੀਆਂ ਸ਼ਕਲੀਆਂ ਜਿਹੜੀਆਂ ਛਾਬੇ ਦੇ ਵਿੱਚ ਸਨ ਤੇ ਖਾਲੀ ਛਾਬਾ ਭਾਈ ਜੇਠੇ ਨੂੰ ਫੜਾ ਦਿੱਤਾ। ਭਾਈ ਜੇਠੇ ਨੇ ਛਾਬਾ ਝਾੜਿਆ ਤੇ ਘਰ ਨੂੰ ਤੁਰ ਪਏ ਨੇ। ਕਹਿੰਦੇ ਘਰ ਆ ਕੇ ਨਾਨੀ ਉਡੀਕਦੀ ਵੀ ਅੱਜ ਤੇ ਬੜੀ ਜਲਦੀ ਆ ਗਿਆ ਜੇਠਾ। ਕਹਿੰਦੇ ਪੁੱਤਰ ਅੱਜ ਘੁੰਗਣੀਆਂ ਬੜੀ ਜਲਦੀ ਸਾਰੀਆਂ ਵਿਕ ਗਈਆਂ ਤੇਰੀਆਂ, ਲਿਆ ਕਿੰਨੀ ਕੁ ਵਟਕ ਹੋਈ ਹੈ। ਕਹਿੰਦੇ ਨਾਨੀ ਨੇ ਇਹ ਹੱਥ ਅੱਗੇ ਕੀਤਾ ਤੇ ਭਾਈ ਜੇਠੇ ਨੇ ਖਾਲੀ ਛਾਬਾ ਨਾਨੀ ਵੱਲ ਕਰਦਿਆਂ ਹੋਏ ਆਖਿਆ, ਨਾਨੀ ਅੱਜ ਮੈਂ ਵਟਿਆ ਕੁਝ ਨਹੀਂ ਹੈ। ਅੱਜ ਇੱਕ ਫਕੀਰ ਮਿਲ ਗਿਆ ਸੀ ਜਿਹੜਾ ਬਹੁਤ ਜ਼ਿਆਦਾ ਭੁੱਖਾ ਸੀ, ਕੋਈ ਉਹਨੂੰ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਮਿਲਿਆ ਨਹੀਂ ਤੇ ਮੈਂ ਸਾਰੀਆਂ ਘੁੰਗਣੀਆਂ ਉਹਨੂੰ ਹੀ ਛਕਾ ਆਇਆ। ਉਹਦੀ ਤ੍ਰਿਪਤੀ ਹੋ ਗਈ ਹੈ, ਉਹ ਰੱਜ ਗਿਆ। ਜਦੋਂ ਨਾਨੀ ਨੇ ਇੰਨੀ ਗੱਲ ਸੁਣੀ ਨਾ ਤੇ ਭਾਈ ਜੇਠੇ ਦੀ ਇਸ ਅਵਸਥਾ ਨੂੰ ਵੇਖ ਕੇ ਨਾਨੀ ਦਾ ਮਨ ਭਰ ਆਇਆ ਤੇ ਮਨ ਦੇ ਵਿੱਚ ਇੱਕ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ ਕਿਰਪਾ ਕਰ, ਮੇਰੇ ਜੇਠੇ ਦਾ ਜਿੱਡਾ ਦਰਿਆ ਦਿਲ ਹੈ, ਜਿੱਡੀ ਉਦਾਰਤਾ, ਜਿੱਡੀ ਸੇਵਾ ਦੀ ਭਾਵਨਾ ਏ, ਕਿਰਪਾ ਕਰ ਸੱਚੇ ਪਾਤਸ਼ਾਹ ਜੀ ਉਹਨਾਂ ਵੱਡਾ ਖਜ਼ਾਨਾ ਵੀ ਇਹਨੂੰ ਦੇ, ਜਿੱਡਾ ਵੱਡਾ ਇਹਦਾ ਹੱਥ ਹੈ ਵੰਡਣ ਵਾਲਾ, ਉਹਨਾਂ ਵੱਡਾ ਖੀਸਾ ਵੀ ਇਹਨੂੰ ਦੇ ਤਾਂ ਕਿ ਇਹ ਵੰਡੀ ਜਾਵੇ ਤੇ ਦਾਤਾ ਮੁੱਕਣ ਹੀ ਨਾ। ਹੁਣ ਨਾਨੀ ਨੇ ਜਿਹੜੀ ਅਰਦਾਸ ਕੀਤੀ ਸੱਚਮੁੱਚ ਅੱਜ ਉਹ ਅਰਦਾਸ ਪੂਰੀ ਹੋਈ ਹੈ। ਸੰਸਾਰ ਦੇ ਅੰਦਰ ਇਹ ਗੱਲ ਪ੍ਰਚਲਿਤ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਨੇ ਉੱਥੇ ਗੁਰੂ ਦੀ ਕਿਰਪਾ ਵਰਤਦੀ ਹੈ, ਲੰਗਰ ਦੀ ਕਦੇ ਤੋਟ ਨਹੀਂ ਆਈ। ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਬਾਰੇ ਇਹ ਗੱਲ ਪੱਕੀ ਹੈ ਕਿ ਅੰਮ੍ਰਿਤਸਰ ਵਿਖੇ ਕੋਈ ਵੀ ਭੁੱਖਾ ਨਹੀਂ ਸੌਂਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲੰਗਰ 24 ਘੰਟੇ ਨਿਰੰਤਰ ਚੱਲਦਾ ਹੈ, ਕਦੇ ਤੋਟ ਨਹੀਂ ਆਈ। ਇਹ ਅਰਦਾਸ ਨਾਨੀ ਨੇ ਜਿਹੜੀ ਕੀਤੀ ਸਾਧ ਸੰਗਤ ਪੂਰੀ ਹੋ ਗਈ। ਤੇ ਸੱਚਮੁੱਚ ਅੱਜ ਬਾਸਰਕੇ ਦੀਆਂ ਗਲੀਆਂ ਦੇ ਵਿੱਚ ਨਾਨੀ ਨੇ ਕਹਿਣਾ, ਪੁੱਤਰ ਤੂੰ ਝਟ ਖੇਡ ਆਇਆ ਕਰ ਬੱਚਿਆਂ ਦੇ ਨਾਲ। ਤੇ ਭਾਈ ਜੇਠਾ ਕਹਿਣ ਲੱਗਾ, ਨਾਨੀ ਮੈਂ ਤੇ ਖੇਡਣ ਵਾਸਤੇ ਬੱਚਿਆਂ ਨਾਲ ਜਾਂਦਾ, ਬੱਚੇ ਖੇਡਦੇ ਵੀ ਨੇ ਮੇਰੇ ਨਾਲ, ਪਰ ਜਦੋਂ ਬੱਚੇ ਖੇਡਦੇ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਆਪਣੇ ਘਰਾਂ ਵਿੱਚ ਲੈ ਜਾਂਦੀਆਂ ਨੇ, ਕਹਿੰਦੀਆਂ ਇਸ ਬੱਚੇ ਦੇ ਨਾਲ ਨਾ ਖੇਡੋ, ਇਹ ਅਭਾਗਾ ਹੈ, ਇਹਨੇ ਆਪਣੇ ਮਾਂ ਪਿਓ ਖਾ ਲਏ ਨੇ, ਇਹਦੇ ਸਿਰ ਤੇ ਕੋਈ ਨਹੀਂ ਰਿਹਾ, ਇਹੋ ਜਿਹੇ ਬੱਚੇ ਨਾਲ ਨਾ ਖੇਡੋ। ਜਦੋਂ ਨਾਨੀ ਨੇ ਇਹ ਗੱਲਾਂ ਸੁਣਨੀਆਂ ਤੇ ਹੌਕਾ ਭਰਨਾ ਮਨ ਵਿੱਚ, ਫਿਰ ਅਰਦਾਸ ਕਰਨੀ, ਸੱਚੇ ਪਾਤਸ਼ਾਹ ਤੂੰ ਹੀ ਕਿਰਪਾ ਕਰਨੀ ਹੈ। ਜਿਸ ਨੂੰ ਲੋਕ ਅਭਾਗਾ ਕਹਿੰਦੇ, ਖੇਡਣ ਵਾਸਤੇ ਤਿਆਰ ਨਹੀਂ ਹੁੰਦੇ, ਅਕਾਲ ਪੁਰਖ ਜੀ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ। ਤੇ ਅਕਾਲ ਪੁਰਖ ਦਾ ਕੀ ਸਬਬ ਬਣਿਆ, ਬਾਸਰਕੇ ਦੀ ਧਰਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਉਹ ਵੀ ਵਿਚਰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਜੇ ਗੁਰੂ ਨਹੀਂ ਬਣੇ, ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਸੇਵਾ ਕਰਦੇ ਨੇ। ਤੇ ਜਦੋਂ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਸਰਕੇ ਆਉਣਾ ਤੇ ਭਾਈ ਜੇਠੇ ਨੂੰ ਮਿਲਣਾ ਆ ਕੇ, ਦੋਨਾਂ ਦੇ ਵਿੱਚ ਬੜਾ ਪ੍ਰੇਮ ਪਿਆਰ ਬਣ ਗਿਆ। ਜਦੋਂ ਸਮਾਂ ਆਇਆ ਬਾਸਰਕੇ ਨਗਰ ਤੋਂ ਗੁਰੂ ਅਮਰਦਾਸ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਤੇ ਜਾਂਦੇ ਨੇ ਤੇ ਕਈ ਵੇਰਾਂ ਭਾਈ ਜੇਠੇ ਨੂੰ ਵੀ ਨਾਲ ਲੈ ਕੇ ਚਲੇ ਜਾਣਾ। ਹੁਣ ਭਾਈ ਜੇਠਾ ਵੀ ਗੁਰੂ ਕੀ ਸੰਗਤ ਵਿੱਚ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਦੇ ਨਾਲ ਗੋਇੰਦਵਾਲ ਸਾਹਿਬ ਨਗਰ ਵਸਾਇਆ। ਤੇ ਜਿਸ ਵੇਲੇ ਨਗਰ ਵਸਾਇਆ ਉਸ ਵਕਤ ਬਹੁਤ ਸਾਰੀ ਸਿੱਖ ਸੰਗਤ ਜਿਹੜੀ ਸੀ ਉਹ ਆ ਕੇ ਗੋਇੰਦਵਾਲ ਵਿੱਚ ਵਸਣੀ ਸ਼ੁਰੂ ਹੋ ਗਈ। ਹੁਣ ਭਾਈ ਜੇਠਾ ਜੀ ਵੀ ਉਹ ਵੀ ਬਾਸਰਕੇ ਤੋਂ ਆ ਕੇ ਤੇ ਗੋਇੰਦਵਾਲ ਵਿੱਚ ਰਹਿਣ ਲੱਗ ਪਏ। ਇੱਥੇ ਹੀ ਜਾ ਕੇ ਸੇਵਾ ਕਰਨ ਲੱਗ ਪਏ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਹਿਣ ਲੱਗੇ ਨੇ, ਸੇਵਾ ਕਰਨ ਲੱਗੇ ਨੇ। ਤੇ ਸਾਧ ਸੰਗਤ ਇਸੇ ਸੇਵਾ ਦੇ ਸਦਕਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਮਨ ਇੰਨਾ ਪ੍ਰਸੰਨ ਹੋ ਗਿਆ ਭਾਈ ਜੇਠੇ ਜੀ ਦੀ ਸੇਵਾ ਭਾਵਨਾ ਨੂੰ ਵੇਖ ਕੇ ਕਿ ਇੱਕ ਦਿਨ
ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫੈਸਲਾ ਕਰ ਲਿਆ ਕਿ ਮੈਂ ਆਪਣੀ ਬੇਟੀ ਦਾ ਰਿਸ਼ਤਾ ਭਾਈ ਜੇਠੇ ਦੇ ਨਾਲ ਕਰ ਦਿਆਂਗਾ। ਹੁਣ ਸਾਧ ਸੰਗਤ ਰਿਸ਼ਤਾ ਕਰਨ ਤੋਂ ਪਹਿਲਾਂ ਆਪਾਂ 100 ਚੀਜ਼ਾਂ ਵਿਚਾਰਦੇ ਹਾਂ ਕਿ ਬੱਚੇ ਦੀ ਪੜ੍ਹਾਈ ਲਿਖਾਈ ਕੀ ਹੈ, ਇਹਦਾ ਕਾਰੋਬਾਰ ਕਿੰਨਾ, ਇਹਦਾ ਘਰ-ਬਾਰ ਕਿੱਥੇ ਹੈ। ਤੇ ਸਾਧ ਸੰਗਤ ਗੁਰੂ ਅਮਰਦਾਸ ਪਾਤਸ਼ਾਹ ਜੀ ਜਾਣਦੇ ਸਨ ਕਿ ਭਾਈ ਜੇਠਾ ਜੀ ਦੇ ਸਿਰ ਤੇ ਮਾਂ ਪਿਓ ਨਹੀਂ, ਛੋਟੀ ਉਮਰ ਦੇ ਵਿੱਚ ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ ਹੈ। ਇੱਕ ਬਿਰਧ ਨਾਨੀ ਹੈ, ਉਹ ਵੀ ਚਲਾਣਾ ਕਰ ਗਈ ਹੈ ਤੇ ਘਰ-ਬਾਰ ਵੀ ਹੈ ਨਹੀਂ ਹੈ, ਪਰ ਜਿਹੜੀ ਸੇਵਾ ਵਾਲੀ ਭਾਵਨਾ, ਗੁਰੂ ਦਾ ਹੁਕਮ ਮੰਨਣ ਵਾਲੀ ਭਾਵਨਾ ਭਾਈ ਜੇਠੇ ਦੇ ਜੀਵਨ ਵਿੱਚ ਉਹਨਾਂ ਨੇ ਵੇਖੀ। ਉਸੇ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ ਭਾਈ ਜੇਠੇ ਦੇ ਨਾਲ ਕਰ ਦਿੱਤਾ। ਤੇ ਸਾਧ ਸੰਗਤ ਵਿਆਹ ਹੋਣ ਤੋਂ ਬਾਅਦ ਭਾਈ ਜੇਠਾ ਜੀ ਦੇ ਮਨ ਵਿੱਚ ਕਿਤੇ ਵੀ ਇਹ ਹੰਕਾਰ ਨਹੀਂ ਆਇਆ ਕਿ ਮੈਂ ਤੇ ਹੁਣ ਗੁਰੂ ਘਰ ਦਾ ਜਵਾਈ ਬਣ ਗਿਆ, ਮੈਨੂੰ ਹੁਣ ਕੰਮ ਕਰਨ ਦੀ ਕੀ ਲੋੜ ਹੈ, ਮੈਨੂੰ ਸੇਵਾ ਕਰਨ ਦੀ ਕੀ ਲੋੜ ਹੈ। ਅੱਗੇ ਨਾਲੋਂ ਵੱਧ ਕੇ ਸੇਵਾ ਕਰਦੇ ਨੇ, ਅੱਗੇ ਨਾਲੋਂ ਜ਼ਿਆਦੀ ਭਾਵਨਾ ਦੇ ਨਾਲ ਸੇਵਾ ਕਰਦੇ ਨੇ। ਤੇ ਸਾਧ ਸੰਗਤ ਜੀ, ਜਿਸ ਵੇਲੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੇਵਾ ਕਰਦੇ ਨੇ ਨਾ, ਉਸ ਵਕਤ ਇੱਥੇ ਇੱਕ ਹਰੀ ਰਾਮ ਤਪਾ ਹੈ ਜਿਹੜਾ ਗੁਰੂ ਘਰ ਦਾ ਬੜਾ ਵਿਰੋਧੀ ਬਣ ਗਿਆ। ਲੰਗਰਾਂ ਦੇ ਵਿੱਚ ਜਿਹੜੇ ਲੋਕ ਆ ਕੇ ਪ੍ਰਸ਼ਾਦਾ ਛਕਦੇ ਸਨ, ਉਹਨਾਂ ਨੂੰ ਵੀ ਕਹਿਣਾ ਵੀ ਪੰਗਤ ਵਿੱਚ ਨਾ ਬੈਠਿਆ ਕਰੋ, ਤੁਸੀਂ ਉੱਚੀ ਜਾਤ ਵਾਲੇ ਜੇ, ਤੁਹਾਡਾ ਤੇ ਧਰਮ ਭ੍ਰਿਸ਼ਟ ਹੋ ਜਾਣਾ। ਹਰੀ ਰਾਮ ਤਪੇ ਦਾ ਚੁੱਕਿਆ ਚੁਕਾਇਆ ਇੱਕ ਫਕੀਰ, ਉਹਨੇ ਵੀ ਆਉਣਾ, ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲਈ ਬੜੇ ਕਬੂਲ ਬੋਲਣੇ ਸ਼ੁਰੂ ਕਰ ਦੇਣੇ। ਤੇ ਸਿੱਖਾਂ ਨੂੰ ਗੁੱਸਾ ਵੀ ਆਉਣਾ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇੱਕ ਬੋਲ ਰਿਹਾ ਏ। ਅੱਗੋਂ ਸਿੱਖਾਂ ਨੇ ਵੀ ਖਰਵੇ ਬੋਲ ਬੋਲਣੇ ਸ਼ੁਰੂ ਕੀਤੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਸਿੱਖਾਂ ਨੂੰ ਵਰਜ ਦਿੱਤਾ, ਭਾਈ ਤੁਸੀਂ ਐਸਾ ਨਹੀਂ ਕਰਨਾ। ਕਹਿੰਦੇ ਇੱਧਰ ਹੁਣ ਭਾਈ ਜੇਠਾ ਜੀ ਵੇਖਦੇ ਨੇ ਕਿ ਇਹ ਫਕੀਰ ਆਇਆ ਏ, ਇਹਨੇ ਸਤਿਗੁਰੂ ਨੂੰ ਕਬੂਲ ਬੋਲਣੇ ਸ਼ੁਰੂ ਕਰ ਦਿੱਤੇ ਨੇ। ਭਾਈ ਜੇਠਾ ਜੀ ਨੇ ਹੱਥ ਜੋੜੇ, ਕਹਿੰਦਾ ਵੀ ਨਾ, ਇਉਂ ਨਾ ਕਰ ਸੱਜਣਾ, ਸਤਿਗੁਰੂ ਨੂੰ ਕੋਈ ਮੰਦਾ ਬੋਲ ਨਾ ਬੋਲ। ਇਹ ਦੀਨ ਦੁਨੀਆ ਦੇ ਮਾਲਕ ਨੇ, ਪਰਉਪਕਾਰੀ ਸਤਿਗੁਰੂ ਨੇ। ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤੂੰ ਬੇਸ਼ੱਕ ਮੰਗ ਕੇ ਲੈ ਲੈ, ਪਰ ਇਹੋ ਜਿਹੇ ਬਚਨ ਸਤਿਗੁਰੂ ਲਈ ਨਾ ਕਹਿ। ਹੁਣ ਸਿੱਖ ਦਾ ਹਿਰਦਾ ਸਾਧ ਸੰਗਤ, ਕੋਈ ਵੀ ਸਿੱਖ ਗੁਰੂ ਪ੍ਰਤੀ ਮੰਦੇ ਸ਼ਬਦ ਨਹੀਂ ਸੁਣ ਸਕਦਾ। ਸਿੱਖ ਦੀ ਭਾਵਨਾ ਇੰਨੀ ਸੱਚੀ ਤੇ ਸੁੱਚੀ ਹੈ। ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਨੇ 2 ਸੋਨੇ ਦੇ ਕੜੇ ਭਾਈ ਜੇਠੇ ਨੂੰ ਦਿੱਤੇ ਸਨ। ਕਹਿੰਦੇ ਭਾਈ ਜੇਠੇ ਨੇ ਇੱਕ ਕੜਾ ਆਪਣੇ ਹੱਥ ਵਿੱਚੋਂ ਲਾਇਆ, ਉਸ ਫਕੀਰ ਨੂੰ ਦੇ ਦਿੱਤਾ, ਆਖਿਆ ਆ ਸੋਨੇ ਦਾ ਕੜਾ ਲੈ ਲਾ, ਪਰ ਅੱਗੇ ਤੋਂ ਸਤਿਗੁਰੂ ਲਈ ਕੋਈ ਮਾੜਾ ਬੋਲ ਨਾ ਬੋਲੀ। ਕਹਿੰਦੇ ਫਕੀਰ ਥੋੜੇ ਦਿਨ ਚੁੱਪ ਰਿਹਾ, ਫਿਰ ਆ ਕੇ ਉਹੀ ਕੰਮ ਸ਼ੁਰੂ ਕਰ ਦਿੱਤਾ। ਭਾਈ ਜੇਠੇ ਨੇ ਦੂਜਾ ਕੜਾ ਵੀ ਲਾ ਕੇ ਉਸ ਫਕੀਰ ਨੂੰ ਦੇ ਦਿੱਤਾ। ਕਹਿੰਦੇ ਕੁਝ ਦਿਨਾਂ ਬਾਅਦ ਫੇਰ ਆ ਕੇ ਉਹਨੇ ਕਬੂਲ ਬੋਲਣੇ ਸ਼ੁਰੂ ਕਰ ਦਿੱਤੇ। ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਪਤਾ ਲੱਗਾ ਨਾ, ਉਹਨੇ ਆਖਿਆ ਭਾਈ ਜੇਠਾ ਜੀ ਤੁਸੀਂ ਘਬਰਾਓ ਨਾ, ਜੇ ਸਾਨੂੰ ਖਰਵੇ ਬੋਲ ਬੋਲਦਾ ਹੈ, ਇਹ ਸਾਨੂੰ ਕਬੂਲ ਬੋਲਦਾ ਹੈ, ਇਹਦੇ ਨਾਲ ਸਾਡਾ ਕੁਝ ਨਹੀਂ ਵਿਗੜਨਾ। ਜਦੋਂ ਇਹ ਖਰਵੇ ਬੋਲ ਬੋਲਦਾ, ਕਬੂਲ ਬੋਲਦਾ ਏ, ਤੇ ਇਹ ਇੱਕ ਬਹੁਤ ਚੰਗਾ ਕੰਮ ਕਰ ਰਿਹਾ ਏ। ਸਾਨੂੰ ਆਪਣੇ ਆਪ ਨੂੰ ਪਰਖਣ ਦਾ ਮੌਕਾ ਮਿਲਦਾ ਹੈ ਕਿ ਕੋਈ ਮੈਨੂੰ ਖਰਵਾ ਬੋਲ ਬੋਲਦਾ ਏ, ਕੌੜੇ ਬੋਲ ਬੋਲਦਾ ਏ। ਉਹਨਾਂ ਬੋਲਾਂ ਨੂੰ ਸੁਣ ਕੇ ਮੇਰੇ ਅੰਦਰ ਜਰਨ ਦੀ ਸ਼ਕਤੀ ਹੈ ਜਾਂ ਨਹੀਂ। ਤੇ ਜਿਹਦੇ ਅੰਦਰ ਨਿਮਰਤਾ ਹੋਵੇਗੀ ਅਤ ਦੀ, ਜਿਹਦੇ ਅੰਦਰ ਨਿਵਣ ਸੁਖਰ ਖਵਣ ਗੁਣ ਜੇਵਾ ਮਣੀਆਂ ਮੰਤ ਵਾਲੇ ਇਹ ਗੁਣ ਹੋਣਗੇ, ਉਹ ਖਰਵਾ ਬੋਲ ਸੁਣ ਕੇ ਅੱਗੋਂ ਖਰਵਾ ਨਹੀਂ ਬੋਲੇਗਾ, ਉਹ ਕੌੜਾ ਬੋਲ ਸੁਣ ਕੇ ਅੱਗੋਂ ਕੌੜਾ ਨਹੀਂ ਬੋਲੇਗਾ। ਉਹਦੇ ਅੰਦਰ ਇਹ ਭਾਵਨਾ ਬਣ ਜਾਂਦੀ ਹੈ, ਜਿਹੜੀ ਗੱਲ ਬਾਬਾ ਫਰੀਦ ਸਾਹਿਬ ਨੇ ਕੀਤੀ, ਜੋ ਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ, ਘੁੰਮ ਆਪੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਕਹਿੰਦੇ ਇਹ ਤੇ ਸਾਨੂੰ ਸੁਚੇਤ ਕਰ ਰਿਹਾ ਏ ਕਿ ਅਸੀਂ ਨਿਮਰਤਾ ਦੇ ਵਿੱਚ ਰਹਿਣਾ ਏ। ਕਿਸੇ ਦੇ ਕੌੜੇ ਬੋਲ ਖਰਵੇ ਬੋਲ ਸੁਣ ਕੇ ਉਹਦਾ ਅਸਰ ਆਪਣੇ ਆਪ ਤੇ ਨਹੀਂ ਪੈਣ ਦੇਣਾ। ਦੁਨੀਆ ਜੋ ਮਰਜ਼ੀ ਕਵੇ, ਪਰ ਜਿਹੜਾ ਰੱਬ ਦਾ ਪਿਆਰਾ ਹੈ ਨਾ,
ਉਹ ਆਪਣਾ ਨਿਮਰਤਾ ਵਾਲਾ ਸੁਭਾਅ ਨਹੀਂ ਛੱਡਦਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਤੇ ਸੱਚਮੁੱਚ ਭਾਈ ਜੇਠੇ ਦੇ ਜੀਵਨ ਦੇ ਵਿੱਚ ਇੰਨੀ ਨਿਮਰਤਾ ਆ ਗਈ, ਇੰਨੀ ਸਹਿਣਸ਼ੀਲਤਾ ਆ ਗਈ ਕਿ ਕਦੇ ਉਹਨਾਂ ਨੇ ਦੁਨੀਆਦਾਰੀ ਦੀਆਂ ਗੱਲਾਂ ਦੀ ਪਰਵਾਹ ਨਹੀਂ ਸੀ ਕੀਤੀ। ਕਹਿੰਦੇ ਇੱਕ ਦਿਨ ਸ਼ਰੀਕੇ ਵਾਲੇ ਆ ਗਏ ਲਾਹੌਰ ਤੋਂ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਜੇਠਾ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਘਰ ਦਾ ਜਵਾਈ ਬਣ ਗਿਆ ਹੈ। ਕਹਿੰਦੇ ਚਲੋ ਚੱਲ ਕੇ ਵੇਖੀਏ, ਸਾਡੇ ਜੇਠੇ ਦਾ ਤੇ ਬੜਾ ਮਾਣ ਸਤਿਕਾਰ ਹੋਵੇਗਾ, ਉਹਦੇ ਕਰਕੇ ਸਾਨੂੰ ਵੀ ਬੜਾ ਮਾਣ ਸਤਿਕਾਰ ਮਿਲੇਗਾ ਗੁਰੂ ਘਰ ਦੇ ਵਿੱਚ। ਕਹਿੰਦੇ ਜਿਸ ਵੇਲੇ ਆਏ, ਆ ਕੇ ਕਹਿੰਦੇ ਭਾਈ ਜੇਠਾ ਜੀ ਨੂੰ ਮਿਲਣਾ ਹੈ, ਤੇ ਮਨ ਵਿੱਚ ਉਹਨਾਂ ਦੇ ਖਿਆਲ ਸੀ ਕਿ ਭਾਈ ਜੇਠਾ ਗੁਰੂ ਘਰ ਦਾ ਜਵਾਈ ਹੈ ਤੇ ਗੁਰੂ ਸਾਹਿਬ ਜੀ ਦੇ ਵਾਂਗ ਹੀ ਉਹ ਵੀ ਉੱਚੇ ਸਿੰਘਾਸਨ ਤੇ ਬੈਠਾ ਹੋਵੇਗਾ, ਬੜੇ ਕੀਮਤੀ ਬਸਤਰ ਪਹਿਨੇ ਹੋਣਗੇ, ਬੜਾ ਮਾਣ ਸਤਿਕਾਰ ਸੰਗਤ ਉਹਨਾਂ ਨੂੰ ਦੇ ਰਹੀ ਹੋਵੇਗੀ। ਤੇ ਸਾਧ ਸੰਗਤ ਜਿਸ ਵੇਲੇ ਆ ਕੇ ਪੁੱਛਿਆ ਸੰਗਤਾਂ ਨੂੰ, ਤੇ ਸੰਗਤ ਕਹਿੰਦੀ ਜੀ ਉਹ ਜਿਹੜੇ ਟੋਕਰੀ ਢੋਣ ਦੀ ਸੇਵਾ ਕਰ ਰਹੇ ਭਾਈ ਜੇਠਾ ਜੀ ਹਨ। ਜਦੋਂ ਕੋਲ ਗਏ ਨਾ, ਕੀ ਵੇਖਿਆ, ਕਾਰ ਸੇਵਾ ਚੱਲ ਰਹੀ ਸੀ, ਮਿੱਟੀ ਢੋ ਰਹੇ ਨੇ, ਕੱਪੜੇ ਵੀ ਜਿਹੜੇ ਮਿੱਟੀ ਨਾਲ ਭਰੇ ਹੋਏ ਨੇ ਸ਼ਰੀਕੇ ਵਾਲਿਆਂ ਨੇ। ਇਹ ਸਾਰਾ ਕੁਝ ਵੇਖ ਕੇ ਆਖਿਆ, ਕਹਿੰਦੇ ਤੂੰ ਤੇ ਸਾਡਾ ਨੱਕ ਵਢਾ ਦਿੱਤਾ, ਸੋਢੀ ਕੁੱਲ ਦੇ ਵਿੱਚ ਹੋ ਕੇ ਤੂੰ ਗੁਰੂ ਘਰ ਦਾ ਜਵਾਈ ਏ, ਟੋਕਰਾਂ ਦੇ ਵਾਂਗ ਕੰਮ ਪਿਆ ਕਰਦਾ। ਕਹਿੰਦੇ ਬੜੇ ਕੌੜੇ ਫਿੱਕੇ ਬੋਲ ਬੋਲੇ, ਪਰ ਭਾਈ ਜੇਠਾ ਜੀ ਨਿਮਰਤਾ ਨਾਲ ਹੱਥ ਜੋੜ ਕੇ ਕਹਿੰਦੇ ਇਉਂ ਨਾ ਆਖੋ। ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਮਹਾਰਾਜ ਨੂੰ ਵੀ ਕਈ ਉਹਨਾਂ ਨੇ ਖਰਵੇ ਬੋਲ ਦਿੱਤੇ। ਕਹਿੰਦੇ ਤੁਹਾਨੂੰ ਪਤਾ ਨਹੀਂ ਹੈ ਕਿ ਜਵਾਈ ਦੀ ਕਿਵੇਂ ਕਦਰ ਕਰੀਦੀ ਹੈ, ਕਿਵੇਂ ਘਰ ਵਿੱਚ ਰੱਖੀਦਾ, ਕਿਵੇਂ ਉਹਦੀ ਸੇਵਾ ਕਰੀਦੀ। ਤੁਸੀਂ ਤੇ ਉਹਨੂੰ ਮਿੱਟੀ ਦੇ ਕੰਮ ਤੇ ਲਾਇਆ ਹੋਇਆ ਸੇਵਾ ਦੇ ਵਿੱਚ, ਉਹਦੇ ਸਿਰ ਤੇ ਮਿੱਟੀ ਦਾ ਟੋਕਰਾ ਹੈ, ਕੱਪੜੇ ਮਿੱਟੀ ਨਾਲ ਭਰੇ ਹੋਏ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਕਹਿੰਦੇ ਸੱਜਣੋ, ਤੁਹਾਨੂੰ ਹੋ ਸਕਦਾ ਮਿੱਟੀ ਦਾ ਟੋਕਰਾ ਲੱਗੇ, ਪਰ ਅਸਲ ਦੇ ਵਿੱਚ ਇਹ ਤੇ ਦੀਨ ਦੁਨੀਆ ਦਾ ਚਵਰ ਇਹਦੇ ਸਿਰ ਤੇ ਝੁੱਲ ਰਿਹਾ ਜੇ। ਇਸ ਕਰਕੇ ਤੁਸੀਂ ਇਸ ਗੱਲ ਨੂੰ ਸਮਝ ਨਹੀਂ ਸਕਦੇ, ਜਿਹੜਾ ਗੁਰੂ ਦੇ ਦਰ ਤੇ ਸੇਵਾ ਕਰਕੇ ਪ੍ਰਵਾਨ ਹੋ ਜਾਏ, ਉਹਦੇ ਤੇ ਕਿੱਡੀ ਵੱਡੀ ਬਖਸ਼ਿਸ਼ ਸਤਿਗੁਰੂ ਦੀ ਹੋ ਜਾਂਦੀ ਹੈ। ਕਹਿੰਦੇ ਉਹ ਅਣਜਾਣ ਲੋਕ ਕਬੋਲ ਬੋਲ ਕੇ ਚਲੇ ਗਏ, ਤੇ ਜਿਸ ਵੇਲੇ ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ, ਹੱਥ ਜੋੜ ਕੇ ਬੇਨਤੀ ਕਰਦੇ, ਮਹਾਰਾਜ ਉਹ ਲੋਕ ਅਣਜਾਣ ਨੇ, ਉਹਨਾਂ ਨੂੰ ਸਮਝ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਉਹਨਾਂ ਦੇ ਬੋਲਾਂ ਦਾ ਗੁੱਸਾ ਨਾ ਕਰਿਓ, ਉਹਨਾਂ ਨੂੰ ਬਖਸ਼ ਦਿਓ। ਤੇ ਜਦੋਂ ਫਿਰ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ ਨਾ, ਤੇ ਅਕਾਲ ਪੁਰਖ ਦੇ ਸ਼ੁਕਰ ਵਿੱਚ ਹੱਥ ਜੋੜ ਜਾਂਦੇ ਸਤਿਗੁਰਾਂ ਦੇ, ਤੇ ਕਹਿੰਦੇ ਨੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਹੇ ਸਤਿਗੁਰੂ ਮੈਂ ਤੁਹਾਡੀ ਕੀ ਮਹਿਮਾ ਬਿਆਨ ਕਰਾਂ। ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਵੇਖੋ ਇੰਨਾ ਪ੍ਰੇਮ ਹੈ ਗੁਰੂ ਦੇ ਨਾਲ। ਕਹਿੰਦੇ ਜਦੋਂ ਮੈਂ ਆਪਣੇ ਮੁਖ ਤੋਂ ਗੁਰੂ ਸ਼ਬਦ ਕਹਿੰਦਾ ਨਾ, ਮੈਂ ਵਿਸਮਾਦ ਵਿੱਚ, ਖੇੜੇ ਵਿੱਚ, ਆਨੰਦ ਵਿੱਚ ਆ ਜਾਨਾ ਹਾਂ। ਗੁਰੂ ਸ਼ਬਦ ਸੁਣਿਆ ਹੀ। जब गुर बोले तब बिस्म होए जाए, हम जैसे अपराधी अवर को राखे, जैसे हम सतगुर राख लिए छड़ाए। महाराज जिन्हों कोई घरे थां नहीं सी देंदा, जिन्हों को अपने बच्चों नाल खेडण नहीं सी देंदा, जिन्हों किसी ने दो वक्त दा प्रशादा नहीं पुछया, जिन्हों किसी ने हौसला देण वास्ते सिर ते हथ नहीं धरिया, महाराज तुसीं ओनू अपने गल दे नाल लाया। गल दे नाल ही नहीं लाया, अपने घर का जवाई बना लिया। ते अपने घर का जवाई ही नहीं बनाया, गुरु नानक दे घर दी गद्दी उन्हों बख्शिश कर दी है। इन्नी वडियाई सतगुरु जी तुसीं दे सकदे हो, होर कोई नहीं। हम जैसे अपराधी अवर को राखे, जैसे हम सतगुर राख लिए छड़ाए। तू गुर पिता तू है गुर माता, तू गुर बंधप मेरा सखा सखाए। सतगुरु जी तुसीं मेरे माता हो, तुसीं मेरे पिता हो। मैं बचपन दे विच मां प्यो दा प्यार नहीं मान सकिया, चलाना कर गए ने, पर सतगुरु तुहाडी शरण दे विच आके ओ सुख मिलिया है।
ਉਹ ਪਿਆਰ ਮੈਨੂੰ ਮਿਲਿਆ ਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧੁ ਮੇਰਾ ਸਖਾ ਸਖਾਏ। ਤੇ ਫਿਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਆਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਅਮਰਦਾਸ ਪਾਤਸ਼ਾਹ ਦੇ ਮਹਾਰਾਜ ਚਰਨਾਂ ਵਿੱਚ ਬੇਨਤੀ ਕਰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਬੜੇ ਕਿਰਪਾਲੂ, ਦੋਹਰੇ ਬਣਾਉਣ ਦੀ ਪਰਖ ਵਿੱਚੋਂ ਜਦੋਂ ਪਾਸ ਹੋਏ ਭਾਈ ਜੇਠਾ ਜੀ ਤੇ ਸਤਿਗੁਰੂ ਪਾਤਸ਼ਾਹ ਨੇ ਗੁਰਿਆਈ ਦੀ ਬਖਸ਼ਿਸ਼ ਕੀਤੀ ਹੈ। ਅੱਜ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਬਣ ਗਏ ਨੇ। ਤੇ ਸੱਤਾ ਬਲਵੰਡ ਜੀ ਆਪਣੀ ਵਾਰ ਦੇ ਵਿੱਚ ਲਿਖਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਕਹਿੰਦੇ ਇਹ ਗੱਲ ਕੋਈ ਕਰਾਮਾਤ ਤੋਂ ਛੋਟੀ ਨਹੀਂ। ਇੱਕ ਬੱਚਾ ਜਿਹਦੀ 2 ਸਾਲ ਦੀ ਉਮਰ ਦੇ ਵਿੱਚ ਮਾਤਾ ਚੜ੍ਹਾਈ ਕਰ ਜਾਏ, 7 ਸਾਲ ਦੀ ਉਮਰ ਦੇ ਵਿੱਚ ਪਿਤਾ ਚੜ੍ਹਾਈ ਕਰ ਜਾਏ, ਜਿਹਨੂੰ ਕੋਈ ਸਾਂਭਣ ਵਾਲਾ ਪਾਲਣ ਪੋਸ਼ਣ ਵਾਲਾ ਨਾ ਹੋਵੇ, ਜਿਹੜਾ ਬਚਪਨ ਦੇ ਵਿੱਚ ਸਿਰ ਤੇ ਛਾਬਾ ਰੱਖ ਕੇ ਗਲੀਆਂ ਵਿੱਚ ਹੋਕਾ ਮਾਰ ਕੇ ਘੁੰਗਣੀਆਂ ਵੇਚਦਾ ਹੋਵੇ, ਕਿਹਨੇ ਸੋਚਿਆ ਸੀ ਉਹ ਭਾਈ ਜੇਠਾ ਅੱਜ ਗੁਰੂ ਰਾਮਦਾਸ ਮਹਾਰਾਜ ਬਣ ਜਾਏਗਾ, ਤਖਤ ਤੇ ਬੈਠੇਗਾ। ਤੇ ਭੱਟਾਂ ਨੇ ਆਪਣੀ ਬਾਣੀ ਦੇ ਵਿੱਚ ਆਖਿਆ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਕਹਿੰਦੇ ਗੱਲ ਕੋ ਕਰਾਮਾਤ ਤੋਂ ਛੋਟੀ ਨਹੀਂ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਤੀ ਪਾਰ ਬ੍ਰਹਮ ਕਰ ਨਮਸਕਾਰਿਆ। ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਕਹਿੰਦੇ ਸਾਰੀ ਉਮਤ ਸਤਿਗੁਰੂ ਜੀ ਤੁਹਾਨੂੰ ਪਰਮੇਸ਼ਰ ਜਾਣ ਕੇ ਨਮਸਕਾਰਾਂ ਕਰਦੀ ਹੈ। ਤੇ ਜਿਹੜੇ ਵੀ ਤੁਹਾਡੀ ਸ਼ਰਨ ਦੇ ਵਿੱਚ ਆਉਂਦੇ ਨੇ, ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਪਰਾਂ ਕਰ ਦਿੰਦੇ ਹੋ, ਉਹਨਾਂ ਦਾ ਜੀਵਨ ਸਚਿਆਰ ਬਣ ਜਾਂਦਾ ਹੈ। ਐਸੀ ਕਿਰਪਾ ਤੁਸੀਂ ਵਰਤਾਉਂਦੇ ਹੋ। ਤੇ ਸਾਧ ਸੰਗਤ ਜਦੋਂ ਭੱਟ ਸਾਹਿਬਾਨ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਏ ਨਾ, ਉਹਨਾਂ ਨੇ ਵੀ ਆ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਬੜੇ ਕਿਰਪਾ ਵਰਤਾਉਂਦੇ ਹੋ, ਸਾਰਿਆਂ ਤੇ ਤਰਸ ਕਰਦੇ ਹੋ, ਸਾਰਿਆਂ ਤੇ ਰਹਿਮਤ ਕਰਦੇ ਹੋ, ਸਾਡੇ ਤੇ ਵੀ ਮਿਹਰ ਕਰੋ। ਆ ਕੇ ਭੱਟਾਂ ਨੇ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਦੇ ਵਿੱਚ। ਤੇ ਬੇਨਤੀ ਕਿਵੇਂ ਕਰਦੇ ਨੇ, ਬਚਨ ਆਪਾਂ ਸਾਰੇ ਰੋਜ਼ ਪੜ੍ਹਦੇ ਆ। ਬੜੇ ਨਿਮਰਤਾ ਵਿੱਚ ਕਹਿੰਦੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਧਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਕਹਿਣ ਲੱਗੇ ਸਤਿਗੁਰੂ ਅਸੀਂ ਅਵਗੁਣਾਂ ਦੇ ਭਰੇ ਹੋਏ, ਮਾਇਆ ਦੇ ਮੋਹ ਵਿੱਚ ਫਸੇ ਹੋਏ ਆ, ਅਸੀਂ ਪਰਿਵਾਰ ਦੇ ਨਾਲ ਪ੍ਰੀਤ ਬਣਾ ਕੇ ਬੈਠੇ ਹੋਏ। ਮਹਾਰਾਜ ਸਾਡੇ ਕੋਲੋਂ ਕੋਈ ਚੰਗਾ ਧਰਮ ਕਰਮ ਅਜੇ ਤੱਕ ਨਹੀਂ ਹੋਇਆ, ਪਰ ਹੁਣ ਅਸੀਂ ਸੁਣਿਆ ਸੱਚੇ ਪਾਤਸ਼ਾਹ ਜੋ ਤੇਰੀ ਸ਼ਰਨ ਵਿੱਚ ਆਉਂਦੇ ਨੇ ਤੂੰ ਉਹਨਾਂ ਤੇ ਕਿਰਪਾ ਕਰਦਾ ਏ। ਇਸ ਕਰਕੇ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ ਤੇ ਸਾਨੂੰ ਸ਼ਰਨ ਆਇਆਂ ਨੂੰ ਆਪਣੀ ਸ਼ਰਨ ਵਿੱਚ ਰੱਖ, ਸਾਡਾ ਜੀਵਨ ਜਿਹੜਾ ਸਫਲ ਹੋ ਜਾਏ। ਤੇ ਸਾਧ ਸੰਗਤ ਭੱਟ ਸਾਹਿਬਾਨ ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਪੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਸ਼ਰਨ ਵਿੱਚ ਨਹੀਂ ਪਵਾਂਗੇ ਤੇ ਜੀਵਨ ਸਫਲ ਨਹੀਂ ਹੋਏਗਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਬ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮੈਂ। ਕਹਿੰਦੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਵਿਅਰਥ ਹੈ। ਤੇ ਗੁਰੂ ਰਾਮਦਾਸ ਮਹਾਰਾਜ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ, ਅਕਾਲ ਪੁਰਖ ਦਾ ਬਾਰੰਬਾਰ ਸ਼ੁਕਰ ਕਰਦੇ, ਸਤਿਗੁਰੂ ਦਾ ਸ਼ੁਕਰ ਕਰਦੇ ਨੇ। ਅੱਜ ਗੁਰੂ ਰਾਮਦਾਸ ਪਾਤਸ਼ਾਹ ਨੂੰ ਵਡਿਆਈ ਮਿਲੀ ਤੇ
ਨੇ ਸਿਫਤੀ ਦਾ ਘਰ ਅੰਮ੍ਰਿਤਸਰ ਜਿਹੜਾ ਨਗਰ ਵਸਾਇਆ, ਇੱਥੇ ਮਹਾਰਾਜ ਨੇ ਸਰੋਵਰ ਤਿਆਰ ਕਰਵਾਇਆ। ਇਸ ਸਥਾਨ ਦੀ ਏਡੀ ਵੱਡੀ ਸ਼ੋਭਾ ਬਣ ਗਈ। ਅੱਜ ਦੁਨੀਆ ਦੇ ਵਿੱਚ ਜਿੱਥੇ ਵੀ ਮਨੁੱਖ ਕੋਈ ਬੈਠਾ ਹੈ, ਹਰ ਇੱਕ ਦੀ ਇੱਛਾ ਰਹਿੰਦੀ ਕਿ ਮੈਂ ਇੱਕ ਵਾਰੀ ਜ਼ਿੰਦਗੀ ਵਿੱਚ ਜ਼ਰੂਰ ਦਰਬਾਰ ਸਾਹਿਬ ਦਰਸ਼ਨ ਕਰਕੇ ਆਵਾਂ, ਜਿਹਦੇ ਬਾਰੇ ਬਚਨ ਮਿਲਦੇ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਇੱਥੇ ਮਹਾਰਾਜ ਨੇ ਬੜੀਆਂ ਰਹਿਮਤਾਂ ਵਰਤਾਈਆਂ। ਸਮਾਂ ਸਮਾਪਤੀ ਵੱਲ ਜਾ ਰਿਹਾ, ਮੈਂ ਇੱਕੋ ਘਟਨਾ ਕਹਿ ਕੇ ਫਤਿਹ ਬੁਲਾ ਦੇਣੀ ਹੈ। ਇੱਥੇ ਗੁਰੂ ਕੀ ਸੇਵਾ ਦੇ ਵਿੱਚ ਇੱਕ ਸਿੱਖ ਆਇਆ ਜਿਹਦਾ ਨਾਮ ਹਿੰਦਾਲ ਸੀ। ਹੁਣ ਭਾਈ ਹਿੰਦਾਲ ਨੇ ਆ ਕੇ ਸੇਵਾ ਸ਼ੁਰੂ ਕਰ ਦਿੱਤੀ ਗੁਰੂ ਰਾਮਦਾਸ ਦੇ ਦਰ ਦੇ ਉੱਪਰ। ਕਹਿੰਦੇ ਲੰਗਰ ਦੇ ਵਿੱਚ ਸੇਵਾ ਕਰਦਾ ਹੈ ਤੇ ਸੇਵਾ ਇੰਨੇ ਮਨ ਦੇ ਨਾਲ ਕਰਦਾ, ਇੰਨੀ ਭਾਵਨਾ ਨਾਲ ਕਰਦਾ। ਕਹਿੰਦੇ ਇੰਨੇ ਦਿਨ ਨਹੀਂ ਵੇਖਣਾ, ਰਾਤ ਨਹੀਂ ਵੇਖਣੀ, ਲੱਗੇ ਰਹਿਣਾ ਸੇਵਾ ਦੇ ਵਿੱਚ। ਕਹਿੰਦੇ ਸੇਵਾ ਦੇ ਵਿੱਚ ਲੱਗੇ ਰਹਿਣਾ ਤੇ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਦੇ ਕੋਲੋਂ ਸਮਾਂ ਨਾ ਨਿਕਲਣਾ ਮਹਾਰਾਜ ਦੇ ਜਾ ਕੇ ਦਰਸ਼ਨ ਕਰਨ ਦਾ, ਕਿਉਂਕਿ ਸੰਗਤ ਲਗਾਤਾਰ ਆ ਰਹੀ ਸੀ, ਲੰਗਰ ਪਾਣੀ ਲਗਾਤਾਰ ਬਣ ਰਹੇ ਸਨ। ਇਹਨੇ ਸੇਵਾ ਵੀ ਲਗਾਤਾਰ ਕਰੀ ਜਾਣੀ, ਪਰ ਮਨ ਦੇ ਵਿੱਚ ਭਾਵਨਾ ਰਹਿਣੀ ਕਿ ਮੈਂ ਕਦੇ ਥੋੜਾ ਜਿਹਾ ਸਮਾਂ ਕੱਢ ਕੇ ਮਹਾਰਾਜ ਦੇ ਦਰਸ਼ਨ ਵੀ ਕਰਕੇ ਆਵਾਂ, ਦਰਬਾਰ ਵਿੱਚ ਜਾਵਾਂ। ਪਰ ਬਹੁਤਾ ਸਮਾਂ ਲੰਗਰ ਦੇ ਵਿੱਚ ਲੱਗੇ ਰਹਿਣਾ। ਹੁਣ ਸੇਵਾ ਕਰਦਿਆਂ ਕਰਦਿਆਂ ਨਾ ਇਹ ਸੇਵਾ ਦੇ ਵਿੱਚ ਭਿੱਜ ਗਿਆ, ਜੁੜ ਗਿਆ ਕਿ ਇਹਦੀ ਸ਼ੋਭਾ ਸੰਸਾਰ ਦੇ ਵਿੱਚ ਜਦੋਂ ਹੋਈ, ਸੰਗਤਾਂ ਦੇ ਵਿੱਚ ਹੋਈ, ਗੁਰੂ ਰਾਮਦਾਸ ਮਹਾਰਾਜ ਦੀ ਗੱਲ ਪਹੁੰਚੀ ਭਾਈ ਹੰਦਾਲ ਦੀ ਸੇਵਾ ਦੀ। ਤੇ ਵੇਖੋ ਸਤਿਗੁਰੂ ਫਿਰ ਕਿਵੇਂ ਸਿੱਖਾਂ ਨੂੰ ਮਾਣ ਦਿੰਦੇ ਨੇ। ਕਹਿੰਦੇ ਭਾਈ ਹੰਦਾਲ ਸੇਵਾ ਕਰਦਾ ਹੈ ਲੰਗਰ ਦੇ ਵਿੱਚ ਬੜੀ ਭਾਵਨਾ ਦੇ ਨਾਲ, ਗੁਰੂ ਦਰਬਾਰ ਵਿੱਚ ਆਉਣਾ ਚਾਹੁੰਦਾ ਪਰ ਸਮਾਂ ਨਹੀਂ ਮਿਲਦਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅਸੀਂ ਆਪ ਜਾ ਕੇ ਭਾਈ ਹੰਦਾਲ ਨੂੰ ਮਿਲਾਂਗੇ। ਮਹਾਰਾਜ ਆਪ ਚੱਲ ਕੇ ਲੰਗਰ ਵਿੱਚ ਚਲੇ ਗਏ ਤੇ ਜਦੋਂ ਭਾਈ ਹੰਦਾਲ ਨੂੰ ਪਤਾ ਲੱਗਾ ਵੀ ਮੈਂ ਤੇ ਸੇਵਾ ਵਿੱਚ ਬਹੁਤ ਜ਼ਿਆਦਾ ਲੱਗ ਗਿਆ, ਗੁਰੂ ਦਰਬਾਰ ਵਿੱਚ ਜਾਣ ਦਾ ਸਮਾਂ ਨਹੀਂ ਮਿਲ ਰਿਹਾ, ਤੇ ਅੱਜ ਸਤਿਗੁਰੂ ਆਪ ਤਰੁੱਠ ਕੇ ਦਰਸ਼ਨ ਦੇਣ ਆਏ ਨੇ। ਕਹਿੰਦੇ ਇਹ ਆਟਾ ਗੁੰਨਣ ਦੀ ਸੇਵਾ ਕਰ ਰਿਹਾ ਸੀ। ਕਹਿੰਦੇ ਮਹਾਰਾਜ ਨੂੰ ਆਇਆ ਜਦੋਂ ਵੇਖਿਆ ਨਾ, ਤੇ ਕਹਿੰਦੇ ਫਟਾਫਟ ਸਤਿਗੁਰਾਂ ਦੇ ਚਰਨਾਂ ਤੇ ਝੁਕਿਆ। ਕਹਿੰਦੇ ਹੱਥ ਵੇਖਿਆ ਵੀ ਆਟੇ ਨਾਲ ਲਿਬੜੇ ਨੇ। ਕਹਿੰਦੇ ਜੇ ਮਹਾਰਾਜ ਦੇ ਚਰਨਾਂ ਤੇ ਇਉਂ ਹੱਥ ਧਰ ਕੇ ਮੱਥਾ ਟੇਕਿਆ ਤੇ ਆਟਾ ਲੱਗੇਗਾ, ਨਰਾਦਰੀ ਹੋ ਜਾਏਗੀ। ਕਹਿੰਦੇ ਨੇ ਹੱਥ ਇਉਂ ਪਿੱਛੇ ਧਰ ਲਏ, ਹੱਥ ਪਿੱਛੇ ਕਰਕੇ ਮਹਾਰਾਜ ਦੇ ਚਰਨਾਂ ਤੇ ਝੁਕਿਆ। ਤੇ ਸਤਿਗੁਰੂ ਨੇ ਵੇਖਿਆ ਵੀ ਇਹ ਨਵਾਂ ਢੰਗ ਬਣਾ ਲਿਆ ਤੂੰ ਮੱਥਾ ਟੇਕਣ ਦਾ, ਪਰ ਵੇਖਿਆ ਕਿ ਹੱਥ ਜਿਹੜੇ ਨੇ ਪਿੱਛੇ ਆਟੇ ਨਾਲ ਲਿਬੜੇ ਹੋਏ ਸਨ। ਸਤਿਗੁਰਾਂ ਦੇ ਚਰਨਾਂ ਤੇ ਜਦੋਂ ਝੁਕਿਆ ਤੇ ਸਤਿਗੁਰੂ ਦੀ ਸੇਵਾ ਤੋਂ ਐਡੇ ਪ੍ਰਸੰਨ ਹੋਏ, ਇਹਨੂੰ ਮੁਖੀ ਸਿੱਖਾਂ ਦੀ ਲਿਸਟ ਦੇ ਵਿੱਚ ਇਹਨੂੰ ਨਾਮ ਦਿੱਤਾ ਕਿ ਭਾਈ ਹੰਦਾਲ ਸਾਡਾ ਮੁਖੀ ਸਿੱਖ ਹੈ। ਅਸੀਂ ਇਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਅੱਜ ਤੋਂ ਬਾਅਦ ਇਹਦੀ ਡਿਊਟੀ ਲਾਉਣੇ ਵੀ ਇਹ ਹੁਣ ਗੁਰਸਿੱਖੀ ਦਾ ਪ੍ਰਚਾਰ ਵੀ ਕਰੇਗਾ। ਏਡੀਆਂ ਏਡੀਆਂ ਰਹਿਮਤਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤੀਆਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ ਸਿੱਖਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਸਾਧ ਸੰਗਤ ਅੱਜ ਵੀ ਗੁਰੂ ਰਾਮਦਾਸ ਦੇ ਦਰ ਤੇ ਬਖਸ਼ਿਸ਼ਾਂ ਵਰਤਦੀਆਂ ਨੇ, ਅੱਜ ਵੀ ਰਹਿਮਤਾਂ ਹੁੰਦੀਆਂ ਨੇ। ਜਿਹੜਾ ਭਾਵਨਾ ਨਾਲ ਜਾ ਕੇ ਬੇਨਤੀ ਕਰਦਾ ਇਹਨਾਂ ਮਹਾਰਾਜ ਅੱਜ ਵੀ ਉਹਦੀਆਂ ਝੋਲੀਆਂ ਭਰਦੇ ਨੇ। ਆਓ ਆਪਾਂ ਵੀ ਰਲ ਕੇ ਬੇਨਤੀ ਕਰੀਏ। ਰਾਖੋ ਸ਼ਰਨਾਈ ਗੁਰ ਰਾਮਦਾਸ, ਰਾਖੋ ਸ਼ਰਨਾਈ ਗੁਰ ਰਾਮਦਾਸ, ਰਾਖੋ। ਇੱਕ ਅਰਦਾਸ ਪਾਟ ਕੀਰਤ ਕੀ, ਇੱਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ।
ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਵੱਡੀ ਕਿਰਪਾ ਸਾਡੇ ਤੇ ਕੀਤੀ। ਆਨੰਦ ਕਾਰਜ ਜੋ ਬਹੁਤ ਵਿਸ਼ੇਸ਼ ਮਾਨਤਾ ਰੱਖਦਾ ਸਿੱਖੀ ਦੇ ਵਿੱਚ, ਕਿਉਂਕਿ ਪਹਿਲਾ ਜਿਹੜਾ ਹੈ ਗੁਰਮਤਿ ਦੇ ਮੁਤਾਬਕ ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਉਸ ਤੋਂ ਬਾਅਦ ਆਨੰਦ ਕਾਰਜ ਜਿਹੜਾ ਹੈ। ਸਤਿਗੁਰੂ ਪਾਤਸ਼ਾਹ ਨੇ ਸਿੱਖ ਕੌਮ ਦੀ ਵਿਲੱਖਣਤਾ ਦੇ ਲਈ 4 ਲਾਵਾਂ ਬਾਣੀ ਦਾ ਜਿਹੜਾ ਹੈ ਉਹ ਉਚਾਰਨ ਕਰਕੇ ਆਨੰਦ ਕਾਰਜ ਦੀ ਸਾਨੂੰ ਸਤਿਗੁਰੂ ਨੇ ਮਰਿਆਦਾ ਬਖਸ਼ਿਸ਼ ਕੀਤੀ ਹੈ। ਤੇ ਅੱਜ ਦੇ ਦਿਨ ਹੀ 22 ਅਕਤੂਬਰ 1909 ਨੂੰ ਆਨੰਦ ਕਾਰਜ ਐਕਟ ਜਿਹੜਾ ਹੈ ਉਹ ਹੋਂਦ ਵਿੱਚ ਆਇਆ ਸੀ। ਸੋ ਸਰਕਾਰਾਂ ਨੇ ਫਿਰ ਉਸ ਤੋਂ ਬਾਅਦ ਯਤਨ ਨਹੀਂ ਕੀਤਾ। ਆਨੰਦ ਕਾਰਜ ਨੂੰ ਜਿਹੜਾ ਹੈ ਅੱਜ ਜਦੋਂ ਰਜਿਸਟਰਡ ਕੀਤਾ ਜਾਂਦਾ ਤਾਂ ਹਿੰਦੂ ਮੈਰਿਜ ਐਕਟ ਦੇ ਤਹਿਤ ਹੁੰਦਾ ਹੈ। ਇਹ ਅੱਜ ਬਹੁਤ ਵੱਡੀ ਸਮੇਂ ਦੀ ਲੋੜ ਹੈ। ਸਾਰੀਆਂ ਸਰਕਾਰਾਂ ਯਤਨ ਕਰਨ, ਆਨੰਦ ਕਾਰਜ ਜਿਹੜਾ ਐਕਟ ਹੈ ਉਹਦੀ ਜਦੋਂ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਆਨੰਦ ਕਾਰਜ ਐਕਟ ਦੇ ਅਧੀਨ ਹੀ ਹੋਣੀ ਚਾਹੀਦੀ ਹੈ। ਪਾਕਿਸਤਾਨ ਦੇ ਵਿੱਚ ਇਹ ਚੀਜ਼ ਲਾਗੂ ਹੋ ਚੁੱਕੀ ਹੈ, ਅਜੇ ਆਪਣੇ ਹਿੰਦੁਸਤਾਨ ਦੇ ਵਿੱਚ ਇਹ ਚੀਜ਼ ਲਾਗੂ ਨਹੀਂ ਹੋਈ। ਸੋ ਗੁਰੂ ਸਾਹਿਬ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਨੇ, ਰਹਿਮਤਾਂ ਨੇ ਫਿਰ ਸਮਾਂ ਬਣਿਆ। ਸਾਂਝ ਪਾਵਾਂਗੇ। ਅੱਜ ਸਮੇਂ ਦੀ ਸਮਾਪਤੀ ਹੈ। ਜਿੰਨੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇਖ ਰਹੀਆਂ ਸਾਰਿਆਂ ਨੂੰ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਭੁੱਲਾਂ ਨਾ ਚਿਤਾਰਨੀਆਂ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ।